पंजाबी शॉर्ट हैंड डिक्टेशन ट्रिब्यून संपादकी स्पीड 80 शब्द प्रति मिनट बी रेडी स्टार्ट। मंगलवार अफ्रीकी देश कांगो ਦੇ ਉੱਤਰੀ ਸੂਬੇ ਕਿਵੂ ਵਿੱਚ ਬਾਗੀਆਂ ਨੇ ਸੰਯੁਕਤ ਰਾਸ਼ਟਰ ਵੱਲੋਂ ਤਾਇਨਾਤ ਕੀਤੇ ਸੁਰੱਖਿਆ ਬਲਾਂ ਦੇ 3 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਡੰਡੀ। ਇਹਨਾਂ ਵਿੱਚੋਂ 2 ਭਾਰਤੀ ਸਨ ਅਤੇ ਉਹ ਸੀਮਾ ਸੁਰੱਖਿਆ ਬਲ ਬਾਰਡਰ ਸਿਕਿਉਰਿਟੀ ਫੋਰਸ BSF ਦੇ ਮੈਂਬਰ ਸਨ। ਡੰਡੀ ਅਮਨ ਕਾਇਮ ਕਰਨ ਲਈ ਉੱਥੇ ਸੰਯੁਕਤ ਰਾਸ਼ਟਰ ਨੇ ਫੌਜੀ ਤੇ ਪੁਲਿਸ ਦਸਤੇ ਤਾਇਨਾਤ ਕੀਤੇ ਹਨ, ਜਿਨ੍ਹਾਂ ਵਿੱਚ ਕਈ ਦੇਸ਼ਾਂ ਦੇ ਫੌਜੀ ਅਤੇ ਪੁਲਿਸ ਕਰਮਚਾਰੀ ਹਨ। ਡੰਡੀ ਅਫਰੀਕਾ ਦੇ ਕੇਂਦਰ ਵਿੱਚ ਵੱਸਦਾ ਦੇਸ਼ ਹੈ। ਡੰਡੀ 1870 ਵਿੱਚ ਇੱਥੇ ਬੈਲਜੀਅਮ ਦਾ ਕਬਜ਼ਾ ਹੋ ਗਿਆ ਸੀ। ਡੰਡੀ 1855 ਵਿੱਚ ਯੂਰੋਪੀਅਨ ਤਾਕਤਾਂ ਦੀ ਬਰਲਿਨ ਵਿੱਚ ਹੋਈ ਕਾਨਫਰੰਸ ਦੌਰਾਨ ਇਹ ਪੂਰਾ ਦੇਸ਼ ਉਸ ਵੇਲੇ ਦੇ ਬੈਲਜੀਅਮ ਦੇ ਬਾਦਸ਼ਾਹ ਲੀਓਪੋਲਡ ਦੂਸਰੇ ਦੀ ਨਿੱਜੀ ਜਾਇਦਾਦ ਮੰਨਿਆ ਗਿਆ ਅਤੇ ਇਸ ਦਾ ਨਾਂ ਆਜ਼ਾਦ ਰਿਆਸਤ ਕਾਂਗੋ ਰੱਖਿਆ ਗਿਆ। ਡੰਡੀ 1885 ਤੋਂ 1908 ਤੱਕ ਲੀਓਪੋਲਡ ਦੂਸਰੇ ਦੀ ਅਗਵਾਈ ਵਿੱਚ ਅੰਨੀ ਲੁੱਟ ਮਚਾਈ ਗਈ। ਡੰਡੀ ਪਹਿਲਾਂ ਸਭ ਤੋਂ ਜ਼ਿਆਦਾ ਵਪਾਰ ਹਾਥੀ ਦੰਦ ਦਾ ਸੀ, ਜਿਸ ਲਈ ਹਾਥੀ ਮਾਰੇ ਜਾਂਦੇ ਤੇ ਹਾਥੀ ਦੰਦ ਬੈਲਜੀਅਮ ਅਤੇ ਯੂਰੋਪ ਵਿੱਚ ਭੇਜੇ ਜਾਂਦੇ ਸਨ। ਡੰਡੀ ਇਸ ਤੋਂ ਬਾਅਦ ਕਬਾਇਲੀ ਲੋਕਾਂ ਤੋਂ ਰਬੜ ਦੀ ਜਬਰੀ ਖੇਤੀ ਕਰਵਾਈ ਗਈ। ਡੰਡੀ ਕਾਂਗੋ ਨੂੰ 1960 ਵਿੱਚ ਆਜ਼ਾਦੀ ਮਿਲੀ। ਡੰਡੀ ਦੇਸ਼ ਦੇ ਕਬੀਲਿਆਂ ਵਿੱਚ ਆਪਸੀ ਵੈਰ ਵਿਰੋਧ ਬਹੁਤ ਜ਼ਿਆਦਾ ਸੀ। ਡੰਡੀ ਕਈ ਪਾਰਟੀਆਂ ਸਨ। ਡੰਡੀ ਬੈਲਜੀਅਮ ਸਰਕਾਰ ਆਜ਼ਾਦੀ ਦੇਣ ਲਈ ਤਾਂ ਮਜਬੂਰ ਸੀ, ਪਰ ਉਹ ਕਾਂਗੋ ਵਿੱਚ ਆਪਣਾ ਪ੍ਰਭਾਵ ਅਤੇ ਕੁਦਰਤੀ ਖਜ਼ਾਨਿਆਂ ਦੀ ਲੁੱਟ ਜਾਰੀ ਰੱਖਣਾ ਚਾਹੁੰਦੀ ਸੀ। ਡੰਡੀ ਇਹਨਾਂ ਸਭ ਆਪਾ ਵਿਰੋਧਾਂ ਦੇ ਚਲਦਿਆਂ ਜੋਸਫ ਕਾਸਾਵੋਬੂ ਨੂੰ ਰਾਸ਼ਟਰਪਤੀ ਬਣਾਇਆ ਗਿਆ ਅਤੇ ਆਜ਼ਾਦੀ ਸੰਘਰਸ਼ ਦਾ ਆਗੂ ਪੈਟਰਿਸ ਲਮੂਬਾ, ਜਿਸ ਦੀ ਪਾਰਟੀ ਨੇ ਚੋਣਾਂ ਜਿੱਤੀਆਂ ਸਨ, ਪ੍ਰਧਾਨ ਮੰਤਰੀ ਬਣਿਆ। ਡੰਡੀ ਦੇਸ਼ ਵਿੱਚ ਅਫਰਾ ਤਫਰੀ ਮਚੀ ਹੋਈ ਸੀ, ਕਦੇ ਕਿਤੇ ਬਗਾਵਤ ਹੁੰਦੀ, ਕਦੇ ਕਿਤੇ। ਡੰਡੀ ਲਮੂਬਾ ਨੇ ਅਮਰੀਕਾ, ਕੈਨੇਡਾ ਤੇ ਸੰਯੁਕਤ ਰਾਸ਼ਟਰ ਨੂੰ ਮਦਦ ਲਈ ਅਪੀਲ ਕੀਤੀ, ਪਰ ਕਿਸੇ ਨੇ ਬਾਂਹ ਨਾ ਫੜੀ। ਡੰਡੀ ਉਸ ਸਮੇਂ ਕਾਂਗੋ 'ਚ ਸੰਯੁਕਤ ਰਾਸ਼ਟਰ ਦੇ ਕੁਝ ਸੁਰੱਖਿਆ ਬਲ ਵੀ ਤਾਇਨਾਤ ਸਨ, ਜਿਨ੍ਹਾਂ ਦੀ ਕਮਾਨ ਭਾਰਤੀ ਸਫੀਰ ਰਾਜੇਸ਼ਵਰ ਦਿਆਲ ਕੋਲ ਸੀ। ਡੰਡੀ 17 ਜਨਵਰੀ 1961 ਨੂੰ ਲਮੂਬਾ ਤੇ ਸਾਥੀਆਂ ਦਾ ਕਤਲ ਕਰ ਦਿੱਤਾ ਗਿਆ। ਡੰਡੀ ਇਸ ਕਤਲ 'ਚ ਅਮਰੀਕਾ ਦੀ ਖੂਫੀਆ ਏਜੰਸੀ CIA ਅਤੇ ਇੰਗਲੈਂਡ ਦੀ ਖੂਫੀਆ ਏਜੰਸੀ MI6 ਦਾ ਹੱਥ ਸੀ। ਡੰਡੀ ਉਸ ਸਮੇਂ ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਸੰਯੁਕਤ ਰਾਸ਼ਟਰ 'ਤੇ ਦਬਾਅ ਪਾ ਕੇ ਭਾਰਤੀ ਫੌਜ ਦੇ 90 words per minute start।
यूरोप ਅਤੇ ਅਮਰੀਕਾ ਦੀਆਂ ਕਾਰਪੋਰੇਟ ਕੰਪਨੀਆਂ ਨੇ ਕਾਂਗੋ ਦੀ ਲੁੱਟ ਜਾਰੀ ਰੱਖੀ ਅਤੇ ਕਬੀਲਿਆਂ ਨੂੰ ਆਪਸ ਵਿੱਚ ਲੜਵਾਇਆ ਹੈ। ਡੰਡੀ 1996 ਵਿੱਚ ਕਾਂਗੋ ਵਿੱਚ ਫਿਰ ਵੱਡੀ ਪੱਧਰ 'ਤੇ ਬਗਾਵਤਾਂ ਹੋਈਆਂ। ਡੰਡੀ ਬਾਗੀਆਂ ਨੂੰ ਗੁਆਂਢੀ ਦੇਸ਼ਾਂ ਦੀ ਹਿਮਾਇਤ ਹਾਸਿਲ ਸੀ। ਡੰਡੀ ਇਸ ਨੂੰ ਕਾਂਗੋ ਦੀ ਪਹਿਲੀ ਜੰਗ ਕਿਹਾ ਜਾਂਦਾ ਹੈ। ਡੰਡੀ ਇਹ 1947 ਤੱਕ ਚੱਲੀ। ਡੰਡੀ ਕਾਂਗੋ ਦੀ ਦੂਸਰੀ ਜੰਗ 1998 ਵਿੱਚ ਸ਼ੁਰੂ ਹੋਈ ਅਤੇ 2003 ਤੱਕ ਚੱਲੀ। ਡੰਡੀ ਇਸ ਵਿੱਚ ਰਵਾਂਡਾ ਅਤੇ ਯੂਗਾਂਡਾ ਤੋਂ ਸਹਾਇਤਾ ਲੈ ਰਹੇ ਬਾਗੀਆਂ ਨੇ ਕਾਂਗੋ ਸਰਕਾਰ ਵਿਰੁੱਧ ਬਗਾਵਤਾਂ ਕੀਤੀਆਂ। ਡੰਡੀ ਸੰਯੁਕਤ ਰਾਸ਼ਟਰ ਨੇ 1999 ਵਿੱਚ ਇੱਥੇ ਫੌਜ, ਪੁਲਿਸ ਅਤੇ ਸਹਾਇਤਾ ਕਰਨ ਲਈ ਸਿਵਿਲੀਅਨ ਤਾਇਨਾਤ ਕੀਤੇ। ਡੰਡੀ 2010 ਤੋਂ 2013 'ਚ ਇੱਥੇ ਤਾਇਨਾਤ ਕੀਤੇ ਗਏ ਫੌਜੀ ਦਸਤਿਆਂ ਦੀ ਅਗਵਾਈ ਭਾਰਤੀ ਥਲ ਸੈਨਾ ਦੇ ਲੈਫਟੀਨੈਂਟ ਜਨਰਲ ਚੰਦਰ ਪ੍ਰਕਾਸ਼ ਨੇ ਕੀਤੀ। ਡੰਡੀ ਭਾਰਤ ਕਾਂਗੋ ਸਰਕਾਰ ਦੀ ਮਾਲੀ ਸਹਾਇਤਾ ਵੀ ਕਰਦਾ ਸੀ ਅਤੇ ਕਾਂਗੋ ਨੇ ਭਾਰਤ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਸਮਿਤੀ ਵਿੱਚ ਪੱਕੀ ਸੀਟ ਦੀ ਹਮਾਇਤ ਕੀਤੀ ਸੀ। ਡੰਡੀ ਬਾਗੀਆਂ ਨੇ ਪਹਿਲਾਂ ਵੀ ਸੰਯੁਕਤ ਰਾਸ਼ਟਰ ਦੁਆਰਾ ਤਾਇਨਾਤ ਕੀਤੇ ਦਸਤਿਆਂ 'ਤੇ ਹਮਲੇ ਕੀਤੇ ਸਨ। ਡੰਡੀ ਕਿਵੂ ਪ੍ਰਾਂਤ ਵਿੱਚ ਰਹਿੰਦੇ ਬਾਗੀਆਂ ਨੂੰ ਰਵਾਂਡਾ ਦੀ ਹਮਾਇਤ ਹਾਸਿਲ ਹੈ। ਡੰਡੀ ਸੰਯੁਕਤ ਰਾਸ਼ਟਰ ਦੇ ਦਸਤਿਆਂ ਦਾ ਕੰਮ ਸਰਕਾਰੀ ਫੌਜਾਂ ਅਤੇ ਬਾਗੀਆਂ ਵਿਚਕਾਰ ਫਾਸਲਾ ਬਣਾਈ ਰੱਖਣ ਦਾ ਹੈ। ਡੰਡੀ ਅੰਤਰਰਾਸ਼ਟਰੀ ਭਾਈਚਾਰੇ ਨੂੰ ਕਾਂਗੋ ਦਾ ਮਸਲਾ ਸੁਹਿਰਦਤਾ ਨਾਲ ਹੱਲ ਕਰਵਾਉਣਾ ਚਾਹੀਦਾ ਹੈ। ਡੰਡੀ ਪੈਰਾਚੇਂਜ ਬੜੇ ਹੀ ਤੇਜ਼ ਤਰਾਰ ਅਤੇ ਵਿਵਾਦਗ੍ਰਸਤ ਸਿਆਸਤਦਾਨ ਸੁਬਰਾਮਨੀਅਮ ਸਵਾਮੀ, ਜੋ ਅਕਸਰ ਆਪਣਾ ਸਿਆਸੀ ਪਾਲਾ ਬਦਲਦਾ ਰਿਹਾ ਹੈ, ਨੇ ਸਾਲ 2013 ਵਿੱਚ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਹੁੰਦਿਆਂ ਇਨਕਮ ਟੈਕਸ ਵਿਭਾਗ ਨੂੰ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਦੇ ਖਿਲਾਫ ਇੱਕ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਉਸਨੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕੁਝ ਹੋਰ ਕਾਂਗਰਸੀ ਨੇਤਾਵਾਂ ਸੰਬੰਧੀ ਇਹ ਕਿਹਾ ਸੀ ਕਿ ਉਹਨਾਂ ਨੇ ਨੈਸ਼ਨਲ ਹੈਰਾਲਡ ਅਖਬਾਰ ਦੇ ਮਾਲਕਾਨਾ ਹੱਕਾਂ ਵਿੱਚ ਕੰਪਨੀ ਐਸੋਸੀਏਟ ਜਨਰਲ ਲਿਮਟਿਡ ਦੇ ਲਗਭਗ ਸਾਰੇ ਸ਼ੇਅਰਾਂ ਨੂੰ ਯੰਗ ਇੰਡੀਅਨ ਕੰਪਨੀ ਰਾਹੀਂ ਖਰੀਦ ਲਿਆ ਹੈ। ਡੰਡੀ ਇਸ ਨਵੀਂ ਕੰਪਨੀ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਸਭ ਤੋਂ ਵਧੇਰੇ ਸ਼ੇਅਰ ਸਨ। ਡੰਡੀ ਇਸ ਕੰਪਨੀ 'ਤੇ ਦੋਸ਼ ਇਹ ਹੈ ਕਿ ਇਸ ਨੇ ਸਿਰਫ 50 ਲੱਖ ਰੁਪਏ ਖਰਚ ਕੇ ਇਸ ਅਖਬਾਰੀ ਅਦਾਰੇ ਦੇ ਸਾਰੇ ਅਸਾਸੇ ਖਰੀਦ ਲਏ ਸਨ, ਜੋ ਕਿ ਦੇ ਦੋਸ਼ ਅਨੁਸਾਰ 5000 ਕਰੋੜ ਦੇ ਸਨ। ਡੰਡੀ ਇਸ ਸੌਦੇ ਵਿੱਚ ਧਨ ਦੀ ਹੇਰਾਫੇਰੀ ਦੇ ਲੱਗੇ ਇਲਜ਼ਾਮਾਂ ਨੂੰ ਬਾਅਦ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੌਂਪ ਦਿੱਤਾ ਗਿਆ ਸੀ। ਡੰਡੀ ਇਸ ਮਾਮਲੇ ਨੂੰ ਲੈ ਕੇ ਸਾਲ 2014 ਵਿੱਚ ਸੱਤਾ 'ਚ ਆਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਪਣੀਆਂ ਏਜੰਸੀਆਂ ਰਾਹੀਂ ਕਾਂਗਰਸੀ ਆਗੂਆਂ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ, ਜੋ ਅੱਜ ਤੱਕ ਜਾਰੀ ਹੈ। ਡੰਡੀ ਕਾਂਗਰਸ ਦੇ ਆਗੂ ਤੇ ਪ੍ਰਸਿੱਧ ਵਕੀਲ ਅਭਿਸ਼ੇਕ ਸਿੰਘਵੀ ਨੇ ਵੀ ਪਿਛਲੇ ਦਿਨੀਂ ਇਹ ਬਿਆਨ ਦਿੱਤਾ ਸੀ ਕਿ 100 ਸ਼ਬਦ ਪ੍ਰਤੀ ਮਿੰਟ ਰੈਡੀ ਸਟਾਰਟ। ਇਸ ਬਾਰੇ
ਅਪ੍ਰੈਲ ਦੇ ਮਹੀਨੇ ਵਿੱਚ ਵੱਡੇ ਕਾਂਗਰਸੀ ਆਗੂਆਂ ਪਵਨ ਬਾਂਸਲ ਤੇ ਮਲਿਕ ਅਰਜੁਨ ਖੜਗੇ ਤੋਂ ਲੰਮੀ ਪੁੱਛਗਿੱਛ ਕੀਤੀ ਗਈ ਸੀ ਅਤੇ ਰਾਹੁਲ ਗਾਂਧੀ ਨੂੰ ਵੀ ਉਪਰੋਕਤ ਕੰਪਨੀ ਵਿੱਚ ਸ਼ੇਅਰ ਧਾਰਕ ਹੋਣ ਕਰਕੇ ਧਰ ਲਿਆ ਗਿਆ ਸੀ ਡੰਡੀ। ਜਿਸ ਤਰ੍ਹਾਂ ਕਈ ਦਿਨਾਂ ਤੱਕ ਰਾਹੁਲ ਗਾਂਧੀ ਨੂੰ ਘੰਟਿਆਂ ਬੱਧੀ ਬਿਠਾ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੁੱਛਗਿੱਛ ਕੀਤੀ ਗਈ ਸੀ, ਉਸ ਤੋਂ ਇਹ ਸਾਫ਼ ਝਲਕਦਾ ਸੀ ਕਿ ਅਜਿਹਾ ਉੱਪਰਲਿਆਂ ਦੇ ਇਸ਼ਾਰੇ 'ਤੇ ਕੀਤਾ ਗਿਆ ਹੈ ਅਤੇ ਅਜਿਹੀ ਕਾਰਵਾਈ ਦਾ ਮੁੱਖ ਮੰਤਵ ਰਾਹੁਲ ਗਾਂਧੀ ਨੂੰ ਬੇਇੱਜ਼ਤ ਕਰਨਾ ਅਤੇ ਉਸ ਨੂੰ ਦਬਾਅ ਹੇਠ ਲਿਆਉਣਾ ਸੀ। ਪਰ ਰਾਹੁਲ ਗਾਂਧੀ ਨੇ ਇਸ ਸਮੁੱਚੀ ਕਾਰਵਾਈ ਦਾ ਡਟ ਕੇ ਅਤੇ ਦਲੇਰੀ ਨਾਲ ਸਾਹਮਣਾ ਕੀਤਾ ਸੀ ਡੰਡੀ। ਇਸੇ ਕੜੀ ਨਾਲ ਸੋਨੀਆ ਗਾਂਧੀ ਨੂੰ ਵੀ ਜੋੜ ਦਿੱਤਾ ਗਿਆ ਹੈ ਡੰਡੀ। ਕੋਵਿਡ ਨਾਲ ਅਤੇ ਕਈ ਹੋਰ ਬਿਮਾਰੀਆਂ ਨਾਲ ਗ੍ਰਸਤ ਹੋਣ ਦੇ ਬਾਵਜੂਦ ਉਸ ਨੂੰ ਲਗਾਤਾਰ ਨੋਟਿਸ ਭੇਜੇ ਜਾਂਦੇ ਰਹੇ ਡੰਡੀ। ਅਖੀਰ ਉਸ ਤੋਂ 21 ਜੁਲਾਈ ਨੂੰ 2.25 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਡੰਡੀ। ਫਿਰ ਉਸ ਤੋਂ 26 ਜੁਲਾਈ ਨੂੰ 6 ਘੰਟੇ ਤੋਂ ਵਧੇਰੇ ਸਮੇਂ ਤੱਕ ਪੁੱਛਗਿੱਛ ਕੀਤੀ ਗਈ ਅਤੇ ਫਿਰ ਤੀਜੀ ਵਾਰ ਬੁੱਧਵਾਰ 27 ਜੁਲਾਈ ਨੂੰ ਵੀ ਉਸ ਤੋਂ ਪੁੱਛਗਿੱਛ ਕੀਤੀ ਗਈ ਡੰਡੀ। ਇਸੇ ਤਰ੍ਹਾਂ ਰਾਹੁਲ ਗਾਂਧੀ ਨੂੰ 5 ਦਿਨ ਤੱਕ ਅਤੇ ਸੋਨੀਆ ਗਾਂਧੀ ਨੂੰ ਤੀਸਰੀ ਵਾਰ ਪੁੱਛਗਿੱਛ ਲਈ ਬੁਲਾਉਣ 'ਤੇ ਇਹ ਪ੍ਰਭਾਵ ਪਰਿਪੱਕ ਹੋ ਜਾਂਦਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੇ ਵਿਰੋਧੀਆਂ ਪ੍ਰਤੀ ਤਾਨਾਸ਼ਾਹੀ ਵਾਲਾ ਵਤੀਰਾ ਧਾਰਨ ਕਰਦੀ ਜਾ ਰਹੀ ਹੈ ਡੰਡੀ। ਆਪਣੇ ਬਹੁਮਤ ਦੇ ਆਧਾਰ 'ਤੇ ਹੀ ਉਸ ਨੇ ਸੰਸਦ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਣ ਦੀ ਨੀਤੀ ਧਾਰਨ ਕਰ ਲਈ ਹੈ ਡੰਡੀ। ਇਸੇ ਲਈ ਦੋਵਾਂ ਸਦਨਾਂ ਵਿੱਚ ਵਿਰੋਧ ਕਰਦੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਨੋਟਿਸ ਤੇ ਨੋਟਿਸ ਦਿੱਤੇ ਜਾ ਰਹੇ ਹਨ ਡੰਡੀ। ਪੈਰਾ ਚੇਂਜ। ਇਸ ਤਰ੍ਹਾਂ ਲੱਗਦਾ ਹੈ ਕਿ ਅੱਜ ਵਿਰੋਧੀ ਪਾਰਟੀਆਂ ਦੇ ਬਹੁਤੇ ਆਗੂ ਗੁਨਾਹਗਾਰ ਹਨ ਅਤੇ ਭਾਜਪਾ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਨਾਲ ਸੰਬੰਧ ਰੱਖਦੇ ਸਾਰੇ ਹੀ ਆਗੂ ਦੁੱਧ ਧੋਤੇ ਬਣ ਗਏ ਹਨ ਡੰਡੀ। ਇਸ ਸਰਕਾਰ ਦੇ ਸ਼ਾਸਨ ਵਿੱਚ ਜਿਸ ਹੱਦ ਤੱਕ ਸਰਕਾਰੀ ਏਜੰਸੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਉਹ ਹੁਣ ਦੁਰਵਰਤੋਂ ਦੀ ਹੱਦ ਤੱਕ ਪਹੁੰਚ ਗਈ ਹੈ ਡੰਡੀ। ਕੇਂਦਰ ਸਰਕਾਰ ਵੱਲੋਂ ਅਜਿਹੀਆਂ ਨੀਤੀਆਂ ਅਪਣਾਉਣ ਨਾਲ ਲੋਕਤੰਤਰੀ ਭਾਵਨਾ 'ਤੇ ਸੱਟ ਤਾਂ ਵੱਜਦੀ ਹੀ ਹੈ। ਇਸ ਦੇ ਨਾਲ ਹੀ ਜਿਹੜੀਆਂ ਪਰੰਪਰਾਵਾਂ ਸਰਕਾਰ ਪਾ ਰਹੀ ਹੈ ਆਉਂਦੇ ਸਮੇਂ ਵਿੱਚ ਉਹਨਾਂ ਦਾ ਦੇਸ਼ ਦੀ ਵਿਵਸਥਾ 'ਤੇ ਨਾਂਹ ਪੱਖੀ ਅਸਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਡੰਡੀ। ਅਜਿਹਾ ਦਬਾਅ ਵਾਲਾ ਬਣਾਇਆ ਜਾ ਰਿਹਾ ਮਾਹੌਲ ਲੋਕਤੰਤਰ ਦੀ ਸਿਹਤ ਲਈ ਵੱਡਾ ਖਤਰਾ ਬਣ ਸਕਦਾ ਹੈ ਡੰਡੀ। ਇਸ ਲਈ ਕੇਂਦਰ ਸਰਕਾਰ ਨੂੰ ਵਧੇਰੇ ਸੰਭਲ ਕੇ ਚੱਲਣ ਦੀ ਜ਼ਰੂਰਤ ਹੋਵੇਗੀ ਡੰਡੀ। ਉਸ ਨੂੰ ਦੇਸ਼ ਵਿੱਚ ਟਕਰਾਅ ਦਾ ਮਾਹੌਲ ਵਧਾਉਣ ਵਿੱਚ ਸਹਾਈ ਨਹੀਂ ਹੋਣਾ ਚਾਹੀਦਾ, ਜਿਸ ਦਾ ਅਸਰ ਅਖੀਰ ਵਿੱਚ ਦੇਸ਼ ਦੇ ਹਰ ਪੱਖ ਤੋਂ ਹੋਣ ਵਾਲੇ ਵਿਕਾਸ 'ਤੇ ਪੈਣਾ ਸੁਭਾਵਿਕ ਹੈ ਡੰਡੀ। ਪੈਰਾ ਚੇਂਜ। ਬਾਰਿਸ਼ ਦੇ ਦਿਨਾਂ ਵਿੱਚ ਜੇਕਰ ਅਸੀਂ ਬਿਮਾਰ ਨਹੀਂ ਹੋਣਾ ਚਾਹੁੰਦੇ, ਤੰਦਰੁਸਤ ਅਤੇ ਚੁਸਤ ਦਰੁਸਤ ਰਹਿਣਾ ਚਾਹੁੰਦੇ ਹਾਂ ਤਾਂ ਕੋਈ ਨਾ ਕੋਈ ਉਪਾਅ ਕਰਨਾ ਹੋਵੇਗਾ ਡੰਡੀ। ਅਜਿਹੇ ਉਪਾਵਾਂ ਵਿੱਚੋਂ ਇੱਕ ਸਭ ਤੋਂ ਆਸਾਨ ਅਤੇ ਸਸਤਾ ਉਪਾਅ ਹੈ ਵੱਖ-ਵੱਖ ਤਰ੍ਹਾਂ ਦੀ ਹਰਬਲ ਚਾਹ ਡੰਡੀ। ਤੁਲਸੀ ਦੀ ਚਾਹ। ਬਾਰਿਸ਼ ਦੇ ਦਿਨਾਂ ਵਿੱਚ 85 ਸ਼ਬਦ ਪ੍ਰਤੀ ਮਿੰਟ ਸਟਾਰਟ। ਘੱਟੋ ਘੱਟ 3 ਵਾਰ ਪੀਓ ਡੰਡੀ।
ਜੇਕਰ 3 ਵਾਰ ਸੰਭਵ ਨਾ ਹੋਵੇ ਤਾਂ ਸਵੇਰੇ ਸ਼ਾਮ ਜ਼ਰੂਰ ਪੀਓ ਡੰਡੀ। ਇਸ ਨਾਲ ਅਸੀਂ ਇਹਨਾਂ ਦਿਨਾਂ ਵਿੱਚ ਜ਼ੁਕਾਮ, ਸਿਰ ਦਰਦ ਅਤੇ ਪਾਚਨ ਸੰਬੰਧੀ ਪਰੇਸ਼ਾਨੀਆਂ ਤੋਂ ਬਚੇ ਰਹਾਂਗੇ ਡੰਡੀ। ਤੁਲਸੀ ਦੀ ਚਾਹ ਬਣਾਉਣਾ ਬਹੁਤ ਆਸਾਨ ਹੈ ਡੰਡੀ। 1 ਕੱਪ ਚਾਹ ਬਣਾਉਣ ਲਈ 3 ਜਾਂ 4 ਤੁਲਸੀ ਦੀਆਂ ਪੱਤੀਆਂ ਤੋੜੋ। 1.25 ਕੱਪ ਪਾਣੀ ਵਿੱਚ ਇਹਨਾਂ ਨੂੰ ਕਾਫੀ ਦੇਰ ਤੱਕ ਉਬਾਲੋ। ਫਿਰ ਚਾਹ ਦੀ ਦੂਜੀ ਸਮੱਗਰੀ ਜਿਵੇਂ ਚਾਹ ਦੀ ਪੱਤੀ, ਖੰਡ ਅਤੇ ਦੁੱਧ ਪਾਓ ਡੰਡੀ। ਅਦਰਕ ਦੀ ਚਾਹ। ਉਂਝ ਅਦਰਕ ਦੀ ਚਾਹ ਸਾਰੇ ਭਾਰਤੀ ਹਰ ਮੌਸਮ ਵਿੱਚ ਪੀਂਦੇ ਹਨ ਕਿਉਂਕਿ ਅਦਰਕ ਦੀ ਚਾਹ ਦਾ ਸਵਾਦ ਸਾਨੂੰ ਚੰਗਾ ਲੱਗਦਾ ਹੈ ਡੰਡੀ। ਪਰ ਮੌਨਸੂਨ ਦੇ ਦਿਨਾਂ ਵਿੱਚ ਇਸ ਨੂੰ ਪੀਣਾ ਹੋਰ ਵੀ ਜ਼ਰੂਰੀ ਹੈ ਕਿਉਂਕਿ ਅਦਰਕ ਸਾਨੂੰ ਮੌਨਸੂਨ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਬਚਾਉਂਦਾ ਹੈ ਡੰਡੀ। ਜ਼ੁਕਾਮ ਵਿੱਚ ਤਾਂ ਇਹ ਰਾਮਬਾਣ ਹੈ ਹੀ। ਸਾਡੇ ਗਲੇ ਵਿੱਚ ਹੋਣ ਵਾਲੇ ਕਰੀਬ 90% ਰੋਗਾਂ ਤੋਂ ਇਹ ਆਸਾਨੀ ਨਾਲ ਰਾਖੀ ਕਰਦੀ ਹੈ ਡੰਡੀ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ ਡੰਡੀ। ਜੇਕਰ 3 ਵਿਅਕਤੀਆਂ ਦੀ ਚਾਹ ਬਣਾ ਰਹੇ ਹੋ ਤਾਂ ਅਦਰਕ ਦਾ ਇੱਕ ਮੋਟਾ ਟੁਕੜਾ ਕੱਦੂਕਸ ਕਰੋ ਅਤੇ ਕਰੀਬ 250 ml ਭਾਵ ਪਾਈਆ ਪਾਣੀ ਨੂੰ ਉਬਾਲੋ ਅਤੇ 200 ml ਭਾਵ 1/5ਵਾਂ ਹਿੱਸਾ ਰਹਿਣ ਤੱਕ ਉਬਾਲੋ ਡੰਡੀ। ਇਸ ਤੋਂ ਬਾਅਦ ਇਸ ਵਿੱਚ ਚਾਹ ਪੱਤੀ ਪਾਓ, ਖੰਡ ਪਾਓ ਅਤੇ ਦੁੱਧ ਪਾ ਕੇ ਇਸ ਦਾ ਗਰਮ ਸਵਾਦ ਲਓ ਡੰਡੀ। ਇਹ ਵੀ ਇਸ ਮੌਸਮ ਵਿੱਚ ਬਹੁਤ ਲਾਭਦਾਇਕ ਹੁੰਦੀ ਹੈ ਡੰਡੀ। ਗ੍ਰੀਨ ਟੀ ਤਾਂ ਉਂਝ ਵੀ ਇਹਨਾਂ ਦਿਨਾਂ ਵਿੱਚ ਚੁਸਤ ਦਰੁਸਤ ਰਹਿਣ ਦਾ ਇੱਕ ਫੈਸ਼ਨ ਹੈ ਡੰਡੀ। ਪਰ ਇਸ ਮੌਸਮ ਵਿੱਚ ਗ੍ਰੀਨ ਟੀ ਪੀਣਾ ਬਾਕੀ ਮੌਸਮਾਂ ਦੇ ਮੁਕਾਬਲੇ ਵਧੇਰੇ ਫਾਇਦੇਮੰਦ ਹੈ ਕਿਉਂਕਿ ਇਸ ਵਿੱਚ ਐਂਟੀਆਕਸੀਡੈਂਟ ਗੁਣਾਂ ਦੀ ਭਰਮਾਰ ਹੈ ਜੋ ਸਾਡੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ ਅਤੇ ਸਰੀਰ ਵਿਚਲੇ ਹਾਨੀਕਾਰਕ ਪਦਾਰਥ ਬਾਹਰ ਕੱਢਦੇ ਹਨ ਡੰਡੀ। ਇਸ ਨੂੰ ਬਣਾਉਣ ਲਈ ਟੀ ਸਟ੍ਰੇਨਰ ਵਿੱਚ ਗ੍ਰੀਨ ਟੀ ਦੀਆਂ ਪੱਤੀਆਂ ਪਾਓ ਡੰਡੀ। ਇਸ ਤੋਂ ਬਾਅਦ ਇਹਨਾਂ ਪੱਤੀਆਂ ਤੇ ਗਰਮ ਪਾਣੀ ਪਾਓ। ਫਿਰ 1 ਮਿੰਟ ਤੱਕ ਇਸ ਨੂੰ ਛੱਡ ਦਿਓ ਡੰਡੀ। 1 ਮਿੰਟ ਬਾਅਦ ਇਹ ਚਾਹ ਤੁਹਾਡੇ ਪੀਣ ਲਈ ਤਿਆਰ ਹੈ ਡੰਡੀ। ਲੌਂਗ ਦੀ ਚਾਹ ਡੰਡੀ। ਇਸ ਚਾਹ ਨੂੰ ਬਣਾਉਣ ਲਈ 1 ਤੋਂ 4 ਸਾਬਤ ਲੌਂਗ ਲਓ। ਜੇ ਤੁਸੀਂ 3 ਵਿਅਕਤੀਆਂ ਦੀ ਚਾਹ ਬਣਾ ਰਹੇ ਹੋ ਡੰਡੀ। ਜੇ ਸਿਰਫ ਆਪਣੇ ਲਈ ਬਣਾ ਰਹੇ ਹੋ ਤਾਂ 2 ਲੌਂਗ ਹੀ ਕਾਫੀ ਹਨ ਡੰਡੀ। 2 ਲੌਂਗ 1.25 ਕੱਪ ਪਾਣੀ ਵਿੱਚ ਪਾਓ ਅਤੇ ਘੱਟੋ ਘੱਟ 5 ਮਿੰਟ ਤੱਕ ਉਬਾਲੋ ਡੰਡੀ। ਇਸ ਤੋਂ ਬਾਅਦ ਇਸ ਚਾਹ ਵਿੱਚ ਚਾਹ ਪੱਤੀ, ਖੰਡ ਅਤੇ ਦੁੱਧ ਪਾਓ ਅਤੇ ਗਰਮ ਪੀਓ ਡੰਡੀ। ਅੱਜ ਕੱਲ੍ਹ ਲੌਂਗ ਦੀ ਚਾਹ ਪੀਣ ਦੇ ਬਹੁਤ ਲਾਭ ਹਨ ਡੰਡੀ। ਇਸ ਵਿੱਚ ਵੀ ਵਧੇਰੇ ਮਾਤਰਾ ਵਿੱਚ ਐਂਟੀਆਕਸੀਡੈਂਟ ਗੁਣ 95 ਸ਼ਬਦ ਪ੍ਰਤੀ ਮਿੰਟ ਸਪੀਡ। ਬੀ ਰੈਡੀ ਸਟਾਰਟ ਨੂੰ ਵੀ ਮਜ਼ਬੂਤ ਕਰਦੇ ਹਨ ਕਿਉਂਕਿ ਇਸ ਵਿੱਚ
ਐਂਟੀਸੈਪਟਿਕ, ਐਂਟੀਵਾਇਰਲ ਅਤੇ ਐਂਟੀਮਾਈਕਰੋਬੀਏਲ ਗੁਣ ਵੀ ਹੁੰਦੇ ਹਨ ਜੋ ਸਾਨੂੰ ਰੋਗਾਂ, ਠੰਡ ਅਤੇ ਖਾਸ ਤੌਰ 'ਤੇ ਖਾਂਸੀ ਤੋਂ ਬਚਾਉਂਦੇ ਹਨ। ਡੰਡੀ ਮਾਹਰਾਂ ਅਨੁਸਾਰ ਇਕੱਲਾਪਨ ਦਿਲ ਲਈ ਚੰਗਾ ਨਹੀਂ ਹੈ। ਡੰਡੀ ਇਹ ਦਿਲ ਲਈ ਓਨਾ ਹੀ ਗੰਭੀਰ ਹੈ ਜਿੰਨਾ ਚਿਕਨਾਈ ਦੀ ਵਧੇਰੇ ਵਰਤੋਂ, ਖੂਨ ਦਾ ਵੱਧ ਦਬਾਅ, ਮੋਟਾਪਾ ਅਤੇ ਸਰੀਰਕ ਕੰਮ ਕਰਨ ਦੀ ਕਮੀ। ਡੰਡੀ ਇਕੱਲੇਪਨ ਕਾਰਨ ਖੂਨ ਦਾ ਵੱਧ ਦਬਾਅ, ਨੀਂਦ ਨਾ ਆਉਣਾ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜੋ ਦਿਲ 'ਤੇ ਮਾੜਾ ਅਸਰ ਪਾਉਂਦੀਆਂ ਹਨ। ਡੰਡੀ ਇਕੱਲੇਪਨ ਕਾਰਨ ਵਿਅਕਤੀ ਆਪਣਾ ਧਿਆਨ ਨਹੀਂ ਰੱਖਦੇ ਅਤੇ ਛੇਤੀ ਬਿਮਾਰ ਹੋ ਜਾਂਦੇ ਹਨ। ਡੰਡੀ ਇਸ ਲਈ ਆਪਣੇ ਦਿਲ ਨੂੰ ਤੰਦਰੁਸਤ ਰੱਖਣ ਲਈ ਤੁਸੀਂ ਆਪਣੇ ਮਿੱਤਰ, ਰਿਸ਼ਤੇਦਾਰਾਂ ਨਾਲ ਸਮਾਜਿਕ ਸੰਬੰਧ ਬਣਾਓ ਅਤੇ ਇਕੱਲੇਪਨ ਨੂੰ ਦੂਰ ਕਰੋ। ਡੰਡੀ ਪੈਰਾ ਚੇਂਜ ਜ਼ਿਆਦਾਤਰ ਬਜ਼ੁਰਗ ਬਾਥਰੂਮ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੁੰਦੇ ਹਨ। ਡੰਡੀ ਉਹਨਾਂ ਦਾ ਪੈਰ ਤਿਲਕਣ ਦਾ ਕਾਰਨ ਹਮੇਸ਼ਾ ਚਿਕਨਾਈ ਹੁੰਦਾ ਹੈ। ਡੰਡੀ ਬਾਥਰੂਮ ਜਾਂ ਰਸੋਈ ਦਾ ਫਰਸ਼ ਅਕਸਰ ਗਿੱਲਾ ਹੋ ਜਾਂਦਾ ਹੈ ਅਤੇ ਜੇਕਰ ਉਸ 'ਤੇ ਚਿਕਨਾਈ ਦੀਆਂ ਕੁਝ ਬੂੰਦਾਂ ਵੀ ਹੋਣਗੀਆਂ ਤਾਂ ਉੱਥੇ ਬਹੁਤ ਤਿਲਕਣ ਹੋ ਜਾਵੇਗੀ। ਡੰਡੀ ਕੁਝ ਲੋਕ ਨਹਾਉਂਦੇ ਸਮੇਂ ਸਿਰ ਦੇ ਵਾਲਾਂ ਜਾਂ ਸਰੀਰ 'ਤੇ ਤੇਲ ਲਗਾਉਂਦੇ ਹਨ। ਡੰਡੀ ਤੇਲ ਲਗਾਉਂਦੇ ਸਮੇਂ ਕੁਝ ਤੇਲ ਦੀਆਂ ਬੂੰਦਾਂ ਫਰਸ਼ 'ਤੇ ਡਿੱਗ ਪੈਂਦੀਆਂ ਹਨ ਜੋ ਕਦੀ ਵੀ ਇੱਕ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਡੰਡੀ ਇਸ ਲਈ ਚਿਕਨਾਈ ਵਾਲੇ ਹਿੱਸੇ ਨੂੰ ਉਸੇ ਸਮੇਂ ਸਾਫ਼ ਕਰਨਾ ਚਾਹੀਦਾ ਹੈ। ਡੰਡੀ ਤੇਲ ਦੀਆਂ ਬੂੰਦਾਂ ਤੋਂ ਇਲਾਵਾ ਸਾਬਣ ਦੇ ਛੋਟੇ-ਛੋਟੇ ਟੁਕੜੇ ਵੀ ਕਈ ਵਾਰ ਤਿਲਕਣ ਦਾ ਕਾਰਨ ਬਣਦੇ ਹਨ। ਡੰਡੀ ਸਾਬਣ ਦੇ ਛੋਟੇ-ਛੋਟੇ ਟੁਕੜਿਆਂ ਨੂੰ ਵੀ ਫਰਸ਼ ਤੋਂ ਬਿਲਕੁਲ ਸਾਫ਼ ਕਰਨਾ ਦੇਣਾ ਚਾਹੀਦਾ ਹੈ। ਡੰਡੀ ਸਾਬਣ ਨੂੰ ਫਰਸ਼ 'ਤੇ ਰੱਖਣ ਦੀ ਬਜਾਏ ਕਿਸੇ ਸਾਬਣਦਾਨੀ ਵਿੱਚ ਹੀ ਰੱਖਣਾ ਠੀਕ ਹੈ ਅਤੇ ਸਾਬਣਦਾਨੀ ਨੂੰ ਵੀ ਸਹੀ ਥਾਂ 'ਤੇ ਰੱਖਣਾ ਚਾਹੀਦਾ ਹੈ। ਡੰਡੀ ਜਦੋਂ ਵੀ ਨਹਾਓ ਤਾਂ ਬਾਹਰ ਆਉਣ ਤੋਂ ਪਹਿਲਾਂ ਫਰਸ਼ ਨੂੰ ਸਾਫ਼ ਕਰਕੇ ਬਾਹਰ ਆਓ। ਡੰਡੀ ਰਸੋਈ ਵਿੱਚ ਕਈ ਵਾਰ ਬਰਫ਼ ਦੇ ਟੁਕੜੇ ਜਾਂ ਆਈਸ ਕਿਊਬ ਖਿੱਲਰ ਜਾਂਦੇ ਹਨ ਜਿਸ ਨਾਲ ਰਸੋਈ ਦਾ ਫਰਸ਼ ਗਿੱਲਾ ਹੀ ਨਹੀਂ ਸਗੋਂ ਤਿਲਕਵਾਂ ਵੀ ਹੋ ਜਾਂਦਾ ਹੈ। ਡੰਡੀ ਇਸ ਤਰ੍ਹਾਂ ਦੇ ਟੁਕੜਿਆਂ ਨੂੰ ਉਸੇ ਸਮੇਂ ਹਟਾ ਕੇ ਫਰਸ਼ ਨੂੰ ਸਾਫ਼ ਕਰ ਦੇਣਾ ਚਾਹੀਦਾ ਹੈ। ਡੰਡੀ ਬਰਸਾਤ ਦੇ ਦਿਨਾਂ ਵਿੱਚ ਛੱਤ ਜਾਂ ਖੁੱਲ੍ਹੀ ਬਾਲਕੋਨੀ ਵਿੱਚ ਲਗਾਤਾਰ ਪਾਣੀ ਪੈਣ ਨਾਲ ਕਈ ਵਾਰ ਚਿਕਨਾਈ ਜੰਮ ਜਾਂਦੀ ਹੈ ਜੋ ਅਤੀ ਤਿਲਕਣ ਭਰੀ ਹੁੰਦੀ ਹੈ। ਡੰਡੀ ਇਸ ਤਰ੍ਹਾਂ ਦੀਆਂ ਥਾਵਾਂ 'ਤੇ ਜਾਂਦੇ ਸਮੇਂ ਪੂਰੀ ਸਾਵਧਾਨੀ ਰੱਖਣੀ ਚਾਹੀਦੀ ਹੈ। ਡੰਡੀ ਫਲਾਂ ਦੇ ਛਿਲਕੇ, ਖਾਸ ਤੌਰ 'ਤੇ ਕੇਲੇ ਦੇ ਛਿਲਕੇ ਵੀ ਤਿਲਕਣ ਦਾ ਬਹੁਤ ਵੱਡਾ ਕਾਰਨ ਬਣਦੇ ਹਨ। ਡੰਡੀ ਛਿਲਕੇ ਸੜਕ 'ਤੇ, ਗਲੀ ਵਿੱਚ ਬਿਲਕੁਲ ਨਾ ਸੁੱਟੋ। ਡੰਡੀ ਕਈ ਵਾਰ ਸਾਡੀਆਂ ਜੁੱਤੀਆਂ ਵੀ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਕਿ ਉਹਨਾਂ ਨਾਲ ਤਿਲਕਣ ਦੀ ਸੰਭਾਵਨਾ ਵੱਧ ਜਾਂਦੀ ਹੈ। ਡੰਡੀ ਸਫ਼ਰ ਦੌਰਾਨ ਜ਼ਿਆਦਾ ਢਿੱਲੇ ਕੱਪੜਿਆਂ ਨਾਲ ਵੀ ਡਿੱਗਣ ਅਤੇ ਸੱਟ ਲੱਗਣ ਦੀ ਸੰਭਾਵਨਾ ਰਹਿੰਦੀ ਹੈ। ਡੰਡੀ ਜਿੱਥੇ ਆਵਾਜਾਈ ਜ਼ਿਆਦਾ ਹੁੰਦੀ ਹੈ ਉੱਥੇ ਇਮਾਰਤਾਂ ਦੀਆਂ ਪੌੜੀਆਂ ਵੀ ਘਸ-ਘਸ ਕੇ ਚੀਕਣੀਆਂ ਹੋ ਜਾਂਦੀਆਂ ਹਨ। ਡੰਡੀ